ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ। ਸਰਕਾਰੀ ਹਸਪਤਾਲਾਂ ਦੇ ਵਿੱਚ ਟੈਲੀ ਕੰਸਲਟੇਸ਼ਨ ਸ਼ੁਰੂ। ਆਨਲਾਈਨ ਅਪਾਇੰਟਮੈਂਟ ਦੇ ਬਿਨਾਂ ਨਾ ਜਾਓ ਹਸਪਤਾਲ। ਤੇ ਲੱਗਣੀ ਸ਼ੁਰੂ ਹੋਈ ਬੂਸਟਰ ਡੋਜ਼। ਹੈਲਥ ਕੇਅਰ ਵਰਕਰਸ ਤੇ ਫਰੰਟਲਾਈਨ ਵਰਕਰਸ ਦੇ ਲੱਗੀ ਅੱਜ ਬੂਸਟਰ ਡੋਜ਼। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲ ਗਈ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬਿਕਰਮ ਮਜੀਠੀਆ ਨੂੰ ਰਾਹਤ ਦਿੰਦੇ ਹੋਏ ਉਹਨਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ, ਯਾਨੀ ਕਿ ਉਹਨਾਂ ਦੀ ਜੋ ਅਗਾਊਂ ਜ਼ਮਾਨਤ ਦੀ ਅਰਜ਼ੀ ਸੀ ਉਹ ਮਨਜ਼ੂਰ ਕਰ ਲਈ ਗਈ ਹੈ। ਇਹ ਸਾਰੀ ਜੋ ਸੁਣਵਾਈ ਹੈ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਈ। ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਹੈ। ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਹੈ। ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਰਚੁਅਲ ਤੌਰ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। ਡਰੱਗਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਇਹ ਵੱਡਾ ਝਟਕਾ ਲੱਗਿਆ। ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਪੀ ਚਿਦੰਬਰਮ ਅਤੇ ਮਜੀਠੀਆ ਦੀ ਤਰਫੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਵਿਚਾਲੇ ਕਾਫੀ ਤਿੱਖੀ ਬਹਿਸ ਹੋਈ ਸੀ। ਬਹਿਸ ਤੋਂ ਬਾਅਦ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ 27 ਦਸੰਬਰ ਨੂੰ ਅਗਾਊਂ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ। ਮਜੀਠੀਆ ਨੇ ਆਪਣੇ ਵਕੀਲਾਂ ਦਮਨਵੀਰ ਸਿੰਘ ਸੋਪਤੀ ਅਤੇ ਅਰਸ਼ਦੀਪ ਸਿੰਘ ਚੀਮਾ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਹ ਤੁਸੀਂ ਆਲਰੇਡੀ ਬਹੁਤ ਵਾਰ ਚਲਾ ਲਿਆ ਹੋਇਆ, ਉਹੀ ਸੇਮ ਪੁਰਾਣੀਆਂ ਗੱਲਾਂ ਉਹਨਾਂ ਨੇ ਕੀਤੀਆਂ और कुछ नहीं किया। कदों तक ऑर्डर आने देंगे? ऑर्डर डिक्टेट हो गया जी, जब टाइप हो जाएगा, साइन हो जाएगा, जरूर आ जाएगा जी। परसों उन्होंने ज्वाइन कर इन्वेस्टिगेशन। ਇੱਕ ਵਾਰ ਜ਼ਰੂਰ ਜਾਨਣਾ ਚਾਹਾਂਗੇ, ਪੰਜਾਬ ਸਰਕਾਰ ਵੱਲੋਂ 17 ਪੇਜ ਦਾ ਆਪਣਾ ਰਿਪਲਾਈ ਫਾਈਲ ਕੀਤਾ ਗਿਆ ਸੀ, ਉਸ ਤੇ ਤੁਸੀਂ ਆਪਣਾ ਕੀ ਰਿਪਲਾਈ ਜਿਹੜਾ ਦਿੱਤਾ ਹੈ, ਉਹਦੇ ਵਿੱਚ ਕੋਈ ਬਹਿਸ ਹੋਈ ਜਾਂ ਉਹਨਾਂ ਨੇ ਕੀ ਕੁਝ ਕਿਹਾ? ਅਸੀਂ ਐਡੀਸ਼ਨਲ ਫੈਕਟਸ ਲਾ ਦਿੱਤੇ ਔਰ ਜਿਹਦੇ ਵਿੱਚ ਨੰਬਰ 1 ਐਡੀਸ਼ਨਲ ਫੈਕਟ ਸੀ ਪ੍ਰਿੰਸਪ੍ਰੀਤ ਸਿੰਘ, ਜਿਹੜਾ ਬਲਰਾਜ ਸਿੰਘ ਐਸਆਈਟੀ ਦਾ ਚੇਅਰਮੈਨ ਹੈ, ਉਹਨੂੰ ਕੁਇਡ ਪ੍ਰੋ ਕੋ ਥੱਲੇ ਚਟੋਪਾਧਿਆ ਨੇ ਉਹਦੇ ਬੇਟੇ ਨੂੰ ਆਊਟ ਆਫ ਟਰਨ ਇੰਸਪੈਕਟਰ ਲਾਇਆ। ਉਹ ਵੀ ਇਸ ਰਿਕਾਰਡ ਤੇ ਲਾ ਦਿੱਤਾ। ਉਹ ਵੀ ਰਿਕਾਰਡ ਤੇ ਲਾ ਦਿੱਤਾ कि परसों इन्वेस्टिगेशन ज्वाइन करनी है। परसों इन्वेस्टिगेशन ज्वाइन करनी 11 बजे एसआईटी को श्री बलराज सिंह जी को। ਇਸ ਤੋਂ ਇਲਾਵਾ ਕੋਈ ਹੋਰ ਕੰਡੀਸ਼ਨ ਕਰਨ ਲਈ ਵੀ ਕਿਹਾ ਹੋਏਗਾ ਜਾਂ ਕੋਈ ਹੋਰ ਕੰਡੀਸ਼ਨਸ ਲਗਾਈ? not to leave the country without the permission of the not to leave the country till the next date of hearing। ਤੇ ਆਪਣੀ ਲੋਕੇਸ਼ਨ ਉਹਨਾਂ ਨੇ ਔਨ ਰੱਖਣੀ ਹੈ ਜੋ ਸਟੈਂਡਰਡ 438 ਦੀ नेक्स्ट डेट 18 ਤਰੀਕ ਹੈ ਜੀ। I think ਰੋਹਤਗੀ ਸਾਹਿਬ ਤੇ ਚੀਮਾ ਸਾਹਿਬ 18 ਤਰੀਕ ਨੂੰ ਅਵੇਲੇਬਲ ਨੇ, ਤੇ ਇਸ ਕਰਕੇ 18 ਤਰੀਕ ਪਏਗੀ। ਅੱਛਾ ਸੋਪਤੀ ਜੀ, ਕੌਣ ਪੇਸ਼ ਹੋਇਆ ਸੀ ਪੰਜਾਬ ਸਰਕਾਰ ਵੱਲੋਂ? ਅੱਜ ਚਿਦੰਬਰਮ ਸਾਹਿਬ, ਐਡਵੋਕੇਟ ਜਨਰਲ ਸਾਹਿਬ ਤੇ ਧੂਰੀਵਾਲਾ ਸਾਹਿਬ ਪੇਸ਼ ਹੋਏ। ਉਧਰ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਤੇ ਇਸੇ ਕਹਿਰ ਦੇ ਵਿਚਕਾਰ ਬਹੁਤ ਸਾਰੇ ਡਾਕਟਰ ਅਤੇ ਨਰਸਾਂ ਵੀ ਕੋਰੋਨਾ ਦੇ ਨਾਲ ਸੰਕਰਮਿਤ ਹੋ ਗਏ, ਜਿਸ ਤੋਂ ਬਾਅਦ ਪਹਿਲਾਂ ਪੀਜੀਆਈ ਦੇ ਵਿੱਚ ਫਿਜ਼ੀਕਲ ਓਪੀਡੀ ਬੰਦ ਕਰ ਦਿੱਤੀ ਗਈ ਸੀ ਤੇ ਹੁਣ 3 ਹੋਰ ਸਰਕਾਰੀ ਹਸਪਤਾਲਾਂ ਦੇ ਵਿੱਚ ਫਿਜ਼ੀਕਲ ਓਪੀਡੀਜ਼ ਨੂੰ ਬੰਦ ਕਰ ਦਿੱਤਾ ਗਿਆ ਹੈ, ਯਾਨੀ ਕਿ ਹੁਣ ਆਨਲਾਈਨ ਹੀ ਸਭ ਕੁਝ ਹੋਵੇਗਾ। ਸ਼ਹਿਰ ਦੇ ਤਿੰਨੋਂ ਸਰਕਾਰੀ ਹਸਪਤਾਲਾਂ ਵਿੱਚ ਸੋਮਵਾਰ ਤੋਂ ਫਿਜ਼ੀਕਲ ਓਪੀਡੀ ਬੰਦ ਹੈ। ਪਿਛਲੇ ਹਫ਼ਤੇ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਨਾਲ ਹੀ GMCH 32, PGI ਅਤੇ GMCH 16 ਨੇ ਆਪਣੀ ਫਿਜ਼ੀਕਲ ਓਪੀਡੀ ਸਰਵਿਸ ਬੰਦ ਕਰਨ ਦਾ ਫੈਸਲਾ ਲਿਆ ਸੀ। 10 ਜਨਵਰੀ ਤੋਂ ਹੁਣ ਫਿਜ਼ੀਕਲ OPD ਵਿੱਚ ਆਉਣ ਲਈ ਆਨਲਾਈਨ ਅਪਾਇੰਟਮੈਂਟ ਲੈਣਾ ਪਵੇਗਾ, ਜਿਸ ਦੇ ਬਾਅਦ ਹੀ ਮਰੀਜ਼ ਨੂੰ OPD ਵਿੱਚ ਐਂਟਰੀ ਮਿਲੇਗੀ। ਨਾਲ ਹੀ ਤਿੰਨਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਸਹੂਲਤ ਦੇ ਲਈ ਟੈਲੀ ਕੰਸਲਟੇਸ਼ਨ ਅਤੇ ਸੰਜੀਵਨੀ ਪੋਰਟਲ ਤੇ ਵੀ ਸਹੂਲਤ ਦਿੱਤੀ ਹੈ। ਹਾਲਾਂਕਿ हर तरह की एमरजेंसी सर्विस पहले की तरह जारी रहेगी। आज चंडीगढ़ के अंदर जो है कोरोना के लिए 2 ही चीज़ें हैं कि बचाव में ही बचाव है। कोरोना के अंदर जिसका लिया सबसे बढ़िया मूल मंत्र तो ये है कि लोग भीड़ भाड़ वाले इलाके में ना इकट्ठे हों, और इसके लिए जो है लोगों को जागरूक किया जा रहा है। इसमें अपना मास्क लगाएं और उचित दूरी का प्रावधान करें, लोग हिसाब से दूर रहें। और इसके साथ साथ जो वैक्सीनेशन जो है, टीकाकरण जो है, उसको सुनिश्चित करने के लिए हमने अब अतिरिक्त सेंटर खोले हैं, अतिरिक्त केंद्र खोले हैं जहाँ पर टीकाकरण की व्यवस्था की गई है। चंडीगढ़ में इस समय कई स्कूलों के अंदर भी जो है टीकाकरण की व्यवस्था की गई है। सरकारी स्कूलों के अंदर, सरकारी अस्पतालों के अंदर, डिस्पेंसरीज में टीकाकरण का कार्य पूर्ण रूप से चल रहा है। हमारे जो स्वास्थ्य केंद्र हैं वहाँ पर 24 घंटे इसकी जो है टेस्टिंग की व्यवस्था की गई है। यहाँ पर
पहले भी व्यवस्था थी, इसको और सुदृढ़ कर दिया गया है इसको। और यहाँ पर हम लोगों से आपके माध्यम से भी आग्रह करते हैं, किसी भी बुखार को हल्के में ना लें। बुखार और खांसी होने पर तुरंत अपनी जांच करवाएं। यह जांच जो है चंडीगढ़ के हर अस्पताल में निःशुल्क रूप में उपलब्ध है। जब ओपीडी बंद करने के साथ साथ हमने एक व्यवस्था और की है यहाँ पर, कि हमने सभी जो है कि प्रमुख समाचार पत्रों में फ़ोन नंबर दिए हैं। जिस विशेषज्ञ की किसी डॉक्टर को किसी मरीज को आवश्यकता है, वहाँ पर वो अपना रजिस्ट्रेशन करवा सकता है, वहाँ पर डॉक्टर से परामर्श ले सकता है। उसके साथ साथ ही ई-संजीवनी जो है उसकी व्यवस्था भी की गई है, और सरकार में आपातकालीन सेवाओं के लिए 24 घंटे विशेषज्ञ डॉक्टर सुविधाएं उपलब्ध है। ਉੱਥੇ ਹੀ ਪੀਜੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਆਨਲਾਈਨ ਅਪਾਇੰਟਮੈਂਟ ਤੇ ਪੀਜੀਆਈ ਨਾ ਆਉਣ। ਕਈ ਮਰੀਜ਼ਾਂ ਨੂੰ ਪਹਿਲਾਂ ਹੀ ਆਨਲਾਈਨ ਅਪਾਇੰਟਮੈਂਟ ਦਿੱਤਾ ਜਾ ਚੁੱਕਾ ਹੈ। ਸਵੇਰੇ 8 ਤੋਂ 9:30 ਤੱਕ ਪੀਜੀਆਈ ਦੇ ਫੋਨ ਨੰਬਰਾਂ ਉੱਤੇ ਆਨਲਾਈਨ ਅਪਾਇੰਟਮੈਂਟ ਲਈ ਜਾ ਸਕਦੀ ਹੈ। GMCH ਵਿੱਚ ਆਨਲਾਈਨ ਅਪਾਇੰਟਮੈਂਟ ਲਈ GMCH ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਲਈ ਜਾ ਸਕਦੀ ਹੈ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਓਮਿਕਰੋਨ ਵੇਰੀਐਂਟ ਦੇ ਆਉਂਦਿਆਂ ਹੀ ਜ਼ਿਕਰ ਬੂਸਟਰ ਡੋਜ਼ ਦਾ ਸ਼ੁਰੂ ਹੋ ਗਿਆ ਸੀ ਤੇ ਹੁਣ ਤਾਂ ਦੱਸ ਦਈਏ ਕਿ ਇੰਡੀਆ ਦੇ ਵਿੱਚ ਵੀ ਬੂਸਟਰ ਡੋਜ਼ ਲੱਗਣੀ ਸ਼ੁਰੂ ਹੋ ਗਈ ਹੈ। ਅੱਜ ਚੰਡੀਗੜ੍ਹ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਸੀਨੀਅਰ ਸਿਟੀਜ਼ਨਸ, ਫਰੰਟਲਾਈਨ ਵਰਕਰਸ ਤੇ ਹੈਲਥ ਵਰਕਰਸ ਨੂੰ ਬੂਸਟਰ ਡੋਜ਼ ਲਗਾਈ ਗਈ। ਹੈਲਥਕੇਅਰ ਅਤੇ ਫਰੰਟਲਾਈਨ ਵਰਕਰਾਂ ਦੇ ਇਲਾਵਾ ਸੀਨੀਅਰ ਸਿਟੀਜ਼ਨ ਨੂੰ ਸੋਮਵਾਰ ਤੋਂ ਬੂਸਟਰ ਡੋਜ਼ ਲੱਗਣੀ ਸ਼ੁਰੂ ਹੋ ਗਈ। ਸਿਹਤ ਨਿਦੇਸ਼ਕ ਡਾਕਟਰ ਸੁਮਨ ਸਿੰਘ ਨੇ CMSH 16 ਵਿੱਚ ਬਜ਼ੁਰਗਾਂ ਨੂੰ ਬੂਸਟਰ ਡੋਜ਼ ਲਗਵਾਉਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਹਾ ਕਿ ਫਰੰਟਲਾਈਨ ਹੈਲਥਕੇਅਰ ਅਤੇ ਸੀਨੀਅਰ ਸਿਟੀਜ਼ਨ ਨੂੰ ਬੂਸਟਰ ਡੋਜ਼ ਲਗਾਉਣਾ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਤੋਂ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਦਰਅਸਲ ਸਿਹਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 15,600 ਬਜ਼ੁਰਗਾਂ ਨੂੰ ਕੋਰੋਨਾ ਵੈਕਸੀਨ ਦੀ ਸਾਵਧਾਨੀ ਡੋਜ਼ ਲਗਾਈ ਜਾਏਗੀ। ਇਹ 15,600 ਬਜ਼ੁਰਗ ਹੋਰ ਬਿਮਾਰੀਆਂ ਤੋਂ ਪੀੜਿਤ ਹਨ। ਅਜਿਹੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਇਹਤਿਆਤੀ ਡੋਜ਼ ਲਗਾ ਕੇ ਇਸ ਦੀ ਚਪੇਟ ਵਿੱਚ ਆਉਣੋਂ ਸੁਰੱਖਿਅਤ ਕੀਤਾ ਜਾਏਗਾ। ਇਹ ਡੋਜ਼ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਜੋ ਸਾਵਧਾਨੀ ਡੋਜ਼ ਲਗਵਾਉਣਾ ਚਾਹੁੰਦੇ ਹਨ, ਉਹਨਾਂ ਨੂੰ ਡੋਜ਼ ਲਗਵਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ है। ये बूस्टर डोज तो बहुत ही इम्पॉर्टेंट है। मुझे मालूम है कि ओमिक्रॉन से शायद बचा नहीं जा सकता क्योंकि इतना स्प्रेड हो रहा है, बट इस बूस्टर डोज से हमें ये इत्मीनान है कि हमको कोई सीरियस प्रॉब्लम नहीं होगी। तो ये बहुत इम्पॉर्टेंट है कि इसको लगाया जाए। और जब लग रही थी तो मुझे तो बहुत एक्साइटमेंट और एक सेटिस्फैक्शन मिली। मैं आज यहाँ पे 16 सेक्टर हॉस्पिटल में बूस्टर डोज लगवाने आया हूँ। वो मेरे को लग गई है। स्टाफ बहुत कोऑपरेटिव है। हम चाहते हैं कि प्रधानमंत्री जी ने जैसे कहा है, उन्होंने अपील की लोगों से, सबको बूस्टर डोज जो बुज़ुर्ग हैं और बाकी जो हैं जिनका ड्यू है, सबको लगानी चाहिए। बूस्टर डोज लगवाई है, सबसे यही रिक्वेस्ट है कि आप भी लगाओ। अपनी भी सेफ्टी है, दूसरों की भी सेफ्टी है इसमें। ये हमारे देश की तरफ से जो इतना मेहनत की जा रही है उसको सफल बनाएं, और सबकी भलाई इसी में है कि बूस्टर डोज लग रही है और आप आके लगवाएं। मैंने जनरल हॉस्पिटल 16 सेक्टर से बूस्टर डोज लगवा ली है और मैं बिल्कुल ठीक हूँ। ਉੱਥੇ CMSH 16 ਦੇ ਮੈਡੀਕਲ ਸੁਪਰੀਡੈਂਟ ਡਾਕਟਰ VK ਨਾਗਪਾਲ ਨੇ ਕਿਹਾ ਕਿ ਹਾਲੇ ਸੀਨੀਅਰ ਸਿਟੀਜ਼ਨ ਨੂੰ ਬੂਸਟਰ ਡੋਜ਼ ਲੱਗਣੀ ਸ਼ੁਰੂ ਕੀਤੀ ਹੈ। ਉਹ ਲੋਕਾਂ ਤੋਂ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਇਹ ਬੂਸਟਰ ਡੋਜ਼ ਲਗਵਾਉਣੀ ਚਾਹੀਦੀ ਹੈ, ਪਰ ਇਸ ਵਿੱਚ ਵੈਕਸੀਨ ਦੀ ਦੂਜੀ ਡੋਜ਼ ਤੋਂ ਬਾਅਦ 9 ਮਹੀਨੇ ਹੋਣੇ ਚਾਹੀਦੇ ਹਨ। ਉਹਨਾਂ ਹੀ ਲੋਕਾਂ ਨੂੰ ਇਹ ਲੱਗੇਗੀ। भारत सरकार ने जो है आज से बुजुर्गों के लिए, जिनको कोई पहले की बीमारी है या कोमॉर्बिडिटी है, उन लोगों के लिए, हेल्थ केयर वर्कर्स के लिए, फ्रंटलाइन वर्कर्स के लिए आज से बूस्टर डोज का प्रावधान किया है इसके अंदर। इसके लिए एक ही प्री कंडीशन है इसके अंदर बूस्टर डोज के लिए, दूसरा टीका लगने के बाद कम से कम 9 महीने का गैप होना चाहिए। और इसमें सरकार ने एक अतिरिक्त सुविधा भी दी है कि बुजुर्गों को उनके मोबाइल के ऊपर ही ऑटोमेटिकली मैसेज आ जाएगा कि अब उनकी बूस्टर डोज ड्यू है, उसी के अनुसार उनको डोज दी जाएगी। और चंडीगढ़ के सभी सरकारी अस्पतालों में इसकी व्यवस्था की गई है और अलग से विशेष व्यवस्था की गई है ताकि बुजुर्गों को किसी भी प्रकार की समस्या का सामना ना करना पड़े। ਸਿਹਤ ਨਿਦੇਸ਼ਕ ਨੇ ਦੱਸਿਆ ਕਿ ਹੁਣ ਤੱਕ 25,509 ਨੌਜਵਾਨਾਂ ਯਾਨੀ ਕਿ
4.3% ਨੂੰ ਇੱਕ ਹਫ਼ਤੇ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। 26 ਜਨਵਰੀ ਤੱਕ ਕੁੱਲ 72,000 ਨੌਜਵਾਨਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਚੰਡੀਗੜ੍ਹ ਨੂੰ ਨਵੀਂ ਮੇਅਰ ਮਿਲ ਗਈ ਤੇ ਨਵੀਂ ਮੇਅਰ ਨੇ ਜਗਬਾਣੀ ਟੀਵੀ ਦੇ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਕੰਮ ਕਰਨਗੇ। ਨਾਲੋਂ ਨਾਲ ਦੱਸਿਆ ਕਿ ਕਿਹੜੀਆਂ ਚੁਣੌਤੀਆਂ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਨੇ। ਜਿੱਥੇ ਪਿਛਲੇ ਦਿਨੀ ਚੰਡੀਗੜ੍ਹ ਦੇ ਭਾਜਪਾ ਮੇਅਰ ਬਣਨ ਤੇ ਬਵਾਲ ਹੋ ਗਿਆ ਸੀ, ਉੱਥੇ ਹੀ ਪਹਿਲੀ ਪਰਸਨ ਅਤੇ ਮੇਅਰ ਸਰਬਜੀਤ ਕੌਰ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਨਵੀਂ ਮੇਅਰ ਨੂੰ ਰਾਜਨੀਤੀ ਦਾ ਅਨੁਭਵ ਘੱਟ ਹੋਣ ਅਤੇ ਨਗਰ ਨਿਗਮ ਵਿੱਚ ਵਿੱਤੀ ਸੰਕਟ ਹੋਣ ਦੇ ਕਾਰਨ ਉਹਨਾਂ ਨੂੰ ਸਾਰੇ ਦਲਾਂ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। 42 ਸਾਲ ਦੀ ਸਰਬਜੀਤ ਕੌਰ ਨੇ ਮੇਅਰ ਬਣਨ ਤੋਂ ਬਾਅਦ ਆਪਣੇ ਇਰਾਦੇ ਵੀ ਸਾਫ਼ ਕਰ ਦਿੱਤੇ ਹਨ। ਦਰਅਸਲ ਸੋਮਵਾਰ ਨੂੰ ਮੇਅਰ ਸਰਬਜੀਤ ਕੌਰ ਨੇ ਆਪਣਾ ਪਦਭਾਰ ਸੰਭਾਲਿਆ ਅਤੇ ਆਉਂਦੇ ਹੀ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦੀ ਪਹਿਲ ਸ਼ਹਿਰ ਜੋ ਸਫਾਈ ਦੇ ਮਾਮਲੇ ਵਿੱਚ 66ਵੇਂ ਨੰਬਰ ਤੇ ਚਲਾ ਗਿਆ ਹੈ, ਇਸ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਆਉਣਾ ਹੈ। ਇਸ ਨੂੰ ਲੈ ਕੇ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੀ। ਮੈਂ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਵਾਲ ਵਾਸੀਆਂ ਦਾ ਬਹੁਤ ਧੰਨਵਾਦ ਕਰਾਂਗੀ ਕਿ ਐਜ਼ ਏ ਮੇਅਰ ਉਹਨਾਂ ਨੇ ਮੈਨੂੰ ਚੁਣਿਆ। ਮੇਰੇ ਤੇ ਜੋ ਵਿਸ਼ਵਾਸ ਜਤਾਇਆ, ਮੈਂ ਉਸ ਵਿਸ਼ਵਾਸ ਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੀ। ਸਭ ਤੋਂ ਪਹਿਲਾਂ ਤਾਂ ਜੋ ਪੈਂਡਿੰਗ ਨੇ ਕੰਮ ਜੋ ਚੱਲ ਰਹੇ ਨੇ, ਅਸੀਂ ਉਹਨੂੰ ਕੰਟੀਨਿਊ ਕਰਾਂਗੇ। ਤੇ ਦੂਜਾ ਹੈ ਕਿ ਸਾਫ਼ ਸਫਾਈ ਦੇ ਮਾਮਲੇ ਜੋ ਚੰਡੀਗੜ੍ਹ ਬਹੁਤ ਪਿਛੜ ਗਿਆ ਹੈ, ਅਸੀਂ ਉਹਨੂੰ 1 ਨੰਬਰ ਤੇ ਲੈ ਕੇ ਆਵਾਂਗੇ। ਉਹਦੇ ਲਈ ਅਸੀਂ ਕੱਲ ਸਾਰੇ ਤਿੰਨੋਂ ਮੇਅਰ, ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ, ਅਸੀਂ ਸਾਰੇ ਗਵਰਨਰ ਹਾਊਸ ਗਏ ਸੀਗੇ, ਸਰ ਨੂੰ ਮਿਲੇ ਹੈ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਡੱਡੂ ਮਾਜਰੇ ਜੋ ਮੇਨ ਡੰਪਿੰਗ ਗਰਾਊਂਡ ਹੈ, ਕੂੜੇ ਦਾ ਢੇਰ ਜੋ ਮੇਨ ਪ੍ਰੋਬਲਮ ਹੈ, ਤੁਸੀਂ ਸਾਨੂੰ ਟਾਈਮ ਦਿਓ, ਇੱਕ ਵਾਰ ਉੱਥੇ ਆ ਕੇ ਵਿਜ਼ਿਟ ਕਰੋ, ਦੇਖੋ, ਤਾਂ ਕਿ ਉਹਨੂੰ ਅਸੀਂ ਉੱਥੋਂ ਹਟਾ ਸਕੀਏ, ਸਾਫ਼ ਸਫਾਈ ਕਰ ਸਕੀਏ ਤੇ ਆਪਣੇ ਚੰਡੀਗੜ੍ਹ ਨੂੰ ਨੰਬਰ 1 ਬਣਾ ਸਕੀਏ। ਮੈਡਮ ਸਭ ਤੋਂ ਪਹਿਲਾਂ ਤਾਂ ਮੈਂ ਪਬਲਿਕ ਨੂੰ ਡਿਮਾਂਡ ਕਰੂੰਗੀ, ਦੇਖੋ ਰਿਕੁਐਸਟ ਕਰੂੰਗੀ ਕਿ ਇਹ ਸਾਫ਼ ਸਫਾਈ ਹੈ ਨਾ, ਜੋ ਅਸੀਂ ਮਿਲ ਕੇ ਕਰਾਂਗੇ ਤਾਂ ਆਪਣਾ ਸਿਟੀ ਸਾਫ਼ ਹੋਏਗੀ। ਈਵਨ ਮੇਥੋਂ ਵੀ ਲਾ ਕੇ ਅਸੀਂ ਆਪਣੇ ਘਰ ਦੀ ਸਾਫ਼ ਸਫਾਈ ਜਿਵੇਂ ਕਰਦੇ ਹਾਂ, ਉਸ ਤਰ੍ਹਾਂ 50% ਸਾਡੇ ਸਫਾਈ ਵਰਕਰ ਸਾਡਾ ਸਾਥ ਦੇਣਗੇ, 50% ਪਬਲਿਕ ਸਾਨੂੰ ਸਪੋਰਟ ਕਰੇਗੀ, ਤਾਂ ਅਸੀਂ ਇੱਕ ਸੁੰਦਰ ਸ਼ਹਿਰ ਬਣਾ ਸਕਾਂਗੇ। ਤੇ ਮੈਂ ਸਭ ਨੂੰ ਜਿਵੇਂ ਕਰੋਨਾ ਦੁਬਾਰਾ ਇਹ ਬਹੁਤ ਫੈਲ ਰਿਹਾ, ਇਹਦੇ ਲਈ ਸਭ ਨੂੰ ਅਪੀਲ ਕਰਾਂਗੀ ਕਿ ਮਾਸਕ ਜ਼ਰੂਰ ਲਗਾਉਣ ਤੇ ਆਪਣੇ ਹੈਂਡ ਵਾਸ਼ ਕਰਨ ਤੇ ਡਿਸਟੈਂਸ ਦਾ ਬਹੁਤ ਧਿਆਨ ਰੱਖਣ। ਕਿਸੇ ਦੀ ਜਾਨ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ। ਅਗਰ ਲੋਕ ਇੰਨੀ ਲਾਪਰਵਾਹੀ ਬਰਤਣਗੇ ਤਾਂ ਜ਼ਰੂਰ ਕਰਾਂਗੇ, ਉਹਨਾਂ ਦੇ ਚਲਾਨ ਕੱਟਾਂਗੇ। ਪਰ ਮਤਲਬ ਦੇਖੋ, ਆਪਣੀ ਸਿਹਤ ਉੱਪਰ ਕੁਛ ਨਹੀਂ, ਜ਼ਿੰਦਗੀ ਹੈ ਤਾਂ ਅੱਗੇ ਸਭ ਕੁਛ ਹੈ। ਇਸ ਲਈ ਮੈਂ ਕਹੂੰਗੀ ਕਿ ਪਲੀਜ਼ ਮਤਲਬ ਡਿਸਟੈਂਸ ਰੱਖ, ਮਾਸਕ ਜ਼ਰੂਰ ਕਰਨ, ਪਬਲਿਕ ਪਲੇਸ ਤੇ ਜ਼ਿਆਦਾ ਭੀੜ ਤੇ ਨਾ ਜਾਣ। ਉੱਥੇ ਇਸ ਮੌਕੇ ਉਹਨਾਂ ਦੇ ਪਤੀ ਅਤੇ ਸਾਬਕਾ ਕਾਉਂਸਲਰ ਜਗਤਾਰ ਜੱਗਾ ਨੇ ਕਿਹਾ ਕਿ ਉਹ ਮੇਅਰ ਪਦ ਉੱਤੇ ਜਿੱਤਣ ਤੋਂ ਬਾਅਦ ਐਕਟਿਵ ਹੋ ਗਏ ਹਨ ਅਤੇ ਲਗਾਤਾਰ ਸ਼ਹਿਰ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਲੱਗ ਗਏ ਹਨ। ਇੱਥੇ ਤੱਕ ਕਿ ਉਹ ਐਤਵਾਰ ਦੇ ਦਿਨ ਤੋਂ ਹੀ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਹਨ। ਸ਼ਹਿਰ ਨੂੰ ਸਫਾਈ ਦੇ ਮਸਲੇ ਤੇ ਕਿਵੇਂ ਨੰਬਰ 1 ਉੱਤੇ ਲਿਆਇਆ ਜਾਵੇ, ਇਹ ਉਹਨਾਂ ਦੀ ਪਹਿਲ ਰਹੇਗੀ। ਅਸੀਂ ਮਸ਼ਵਰਾ ਕੀਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਅੱਜ ਸੰਦੇਸ਼ FM ਤੇ ਵੀ ਦਿੱਤਾ ਕਿ ਇਕੱਲਾ ਮੇਅਰ ਜਾਂ ਇਕੱਲੇ ਸਫਾਈ ਕਰਮਚਾਰੀ ਕੁਝ ਨਹੀਂ ਕਰ ਸਕਦੇ ਜਦੋਂ ਤੱਕ ਲੋਕਾਂ ਦਾ ਸਹਿਯੋਗ ਨਾ ਹੋਏ। ਮੈਂ ਕਹਿੰਦਾ ਕਿ ਸਾਡੀ ਪੜ੍ਹੇ ਲਿਖੇ ਲੋਕ ਨੇ ਬਹੁਤ ਇੱਥੇ ਤੇ ਉਹ ਸਾਨੂੰ ਇਸ 'ਚ ਸਹਿਯੋਗ ਵੀ ਕਰਨਗੇ। ਜਿੱਦਾਂ ਇੰਦੌਰ ਵਾਲਿਆਂ ਨੇ ਕਸਮ ਖਾਧੀ ਹੈ ਕਿ ਅਸੀਂ ਸਵੱਛ ਇੰਦੌਰ ਬਣਾਉਣਾ ਹੈ, ਅਸੀਂ ਗੰਦਗੀ ਨਹੀਂ ਫੈਲਾਉਣੀ, ਤੇ ਅਸੀਂ ਵੀ ਇਹੀ ਕਹਾਂਗੇ ਆਪਣੇ ਲੋਕਾਂ ਨੂੰ ਕਿ ਉਹ ਵੀ ਇੱਕ ਕਸਮ ਖਾ ਲੈਣ ਆਪਣੇ ਆਪ 'ਚ, ਨਾ ਅਸੀਂ ਗੰਦ ਫੈਲਾਵਾਂਗੇ, ਨਾ ਹੀ ਕਿਸੇ ਨੂੰ ਫੈਲਾਉਣ ਦੇਵਾਂਗੇ। ਜਦ ਅਸੀਂ ਸਾਰਾ ਸ਼ਹਿਰ ਇਕਜੁੱਟ ਹੋ ਕੇ ਸੋਚ ਲਵੇਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ 96ਵੇਂ ਨੰਬਰ ਤੋਂ 1 ਨੰਬਰ 'ਚ ਆਉਣ ਟਾਈਮ ਨਹੀਂ ਲੱਗੇਗਾ। ਅਸੀਂ ਆਪਣੇ ਮਾਣਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ, ਬਨਵਾਰੀ ਲਾਲ ਪ੍ਰੋਫੈਸਰ ਜੀ ਨੂੰ, ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਜਲਦੀ ਹੀ, ਅੱਜ ਸਾਡਾ ਲੈਟਰ ਚਲਾ ਗਿਆ ਟਾਈਮ ਲਈ ਕਿ ਸਾਨੂੰ ਟਾਈਮ ਦੇਣ। ਕਿ ਮੇਅਰ ਸਾਹਿਬ ਨੇ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਦੇਖੋ ਸੰਡੇ ਦਾ ਦਿਨ ਹੈ, ਮੈਂ ਘਰ ਨਹੀਂ ਬੈਠਣਾ, ਮੈਂ ਸ਼ਹਿਰ ਲਈ 1-1 ਮਿੰਟ ਲਾਉਣਾ ਚਾਹੁੰਦੀ ਹਾਂ ਜਿੰਨਾ ਮੈਨੂੰ ਸਮਾਂ ਮਿਲਿਆ। ਉਸ ਲਈ ਉਹਨਾਂ ਨੇ ਗਵਰਨਰ ਸਾਹਿਬ ਦੇ ਅੱਗੇ ਰਿਕੁਐਸਟ ਕੀਤੀ ਕਿ ਜੋ ਡੱਡੂ ਮਾਜਰੇ ਡੰਪਿੰਗ ਗਰਾਊਂਡ ਹੈ, ਇਹਨੂੰ ਉਹ ਖੁਦ ਆ ਕੇ ਦੇਖਣ। ਅਸੀਂ ਨਹੀਂ ਚਾਹੁੰਦੇ ਕਿ ਅਫਸਰ ਦਫ਼ਤਰਾਂ ਦੇ ਵਿੱਚ ਬੈਠ ਕੇ ਫੈਸਲੇ ਲੈਣ, ਅਸੀਂ ਕਹਿੰਦੇ ਕਿ ਅਫਸਰ ਵੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੁਸ਼ਕਲਾਂ ਸੁਣ ਤੇ ਉਹਨਾਂ ਨੂੰ ਹੱਲ ਕਰਨ 'ਚ ਕਾਰਪੋਰੇਸ਼ਨ ਦੀ ਮੇਅਰ ਦੀ ਮਦਦ ਕਰਨ। ਦੇਖਣ ਵਾਲੀ ਗੱਲ ਹੋਵੇਗੀ ਕਿ ਨਵੀਂ ਬਣੀ ਮੇਅਰ ਕੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਤਾਂ ਅਕਾਲੀ ਦਲ ਵਰਕਰਾਂ ਦੇ ਵਿੱਚ ਖਾਸੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸੇ ਦੌਰਾਨ ਸਾਡੇ ਪੱਤਰਕਾਰ ਵੱਲੋਂ ਵੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ। ਕੀ ਕੁਝ ਕਿਹਾ ਉਹਨਾਂ ਨੇ, ਦੇਖਦੇ ਹਾਂ। ਜਗਬਾਣੀ ਦਰਸ਼ਕਾਂ ਲਈ ਮੈਂ ਹਰੀਸ਼ ਬਠਲਾ ਕੁਰਾਲੀ ਤੋਂ। ਉਹਨੇ ਇੱਕ ਬੜੀ ਖਬਰ ਆਈ ਹੈ ਅਕਾਲੀ ਦਲ ਦੇ ਲਈ, ਬਿਕਰਮ ਸਿੰਘ ਮਜੀਠੀਆ ਜੋ ਕਿ
ਮੇਨ ਪਾਵਰ ਹਨ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਜਿਸ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਿੰਨਾ ਫਾਇਦਾ ਹੋ ਰਿਹਾ ਪਾਰਟੀ ਨੂੰ। ਉਹ ਆਪ ਸੰਬੰਧੀ ਆਪਾਂ ਜ਼ਿਲ੍ਹਾ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ ਜੀ ਨਾਲ ਗੱਲ ਕਰਦੇ ਹਾਂ ਕਿ ਮਜੀਠੀਆ ਜੀ ਦੇ ਬਾਹਰ ਆਉਣ ਨਾਲ ਕਿੰਨਾ ਫਾਇਦਾ ਹੋਏਗਾ ਤੇ ਕੀ ਵੋਟਾਂ 'ਚ ਫਾਇਦਾ ਹੋਏਗਾ। ਚੰਨਾ ਜੀ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਦੇਸ਼ ਦੀ ਲੋਕਤੰਤਰ ਦਾ, ਜਿਨ੍ਹਾਂ ਨੇ ਕਿ ਜੋ ਪੰਜਾਬ ਦੀ ਦੁਸ਼ਮਣ ਸਰਕਾਰ, ਜਿਨ੍ਹਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠਾ ਦੇ ਖਿਲਾਫ ਬਹੁਤ ਵੱਡਾ ਇੱਕ ਦੋਸ਼ ਲਾਇਆ, ਜਿਹੜਾ ਕਿ ਨਾ ਸਹਾਰਨਯੋਗ ਹੈ। ਲੇਕਿਨ ਭਾਵੇਂ ਸਰਕਾਰ ਦੀਆਂ ਵਧੀਕੀਆਂ ਦੇ ਬਾਵਜੂਦ ਵੀ ਬਹੁਤ ਸਾਰੀਆਂ ਤਸੱਦਦ ਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ, ਪਰ ਅੱਜ ਜੋ ਰਾਹਤ ਹਾਈ ਕੋਰਟ ਵੱਲੋਂ ਦਿੱਤੀ ਗਈ ਆ, ਉਹਦੇ ਨਤੀਜੇ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਹੋਣਗੇ। ਕਿਉਂਕਿ ਮਾਝਾ ਤੇ ਦੁਆਬਾ, ਜਿਸ ਦੇ ਵੀ ਕਿ ਸਰਦਾਰ ਬਿਕਰਮ ਸਿੰਘ ਜੀ ਮਜੀਠਾ ਸਾਹਿਬ ਦਾ ਬਹੁਤ ਵੱਡਾ ਆਧਾਰ ਹੈ, ਸੋ ਉਹਨਾਂ ਦਾ ਅਚਨਚੇਤ ਗਾਇਬ ਹੋਣਾ ਰਾਜਨੀਤੀ 'ਚ ਉਸ ਅਕਾਲੀ ਦਲ ਦੇ ਲਈ ਬਹੁਤ ਖਤਰੇ ਦੀ ਘੰਟੀ ਸੀ। ਲੇਕਿਨ ਅੱਜ ਉਹਨਾਂ ਨੂੰ ਜ਼ਮਾਨਤ ਦੇਣ ਦੇ ਨਾਲ ਬਹੁਤ ਵੱਡੀ ਜਿੱਤ ਜਿੱਥੇ ਸਮੁੱਚੇ ਪੰਜਾਬ 'ਚ ਹੋਣੀ ਹੈ, ਉੱਥੇ ਦੁਆਬਾ ਤੇ ਮਾਝਾ ਵਿੱਚ ਬਹੁਤ ਵੱਡੀ ਅਕਾਲੀ ਦਲ ਦੀ ਜਿੱਤ ਹੋਏਗੀ, ਜੋ ਕਿ ਸਰਕਾਰ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗੀ। ਦੇਖੋ, ਪੰਜਾਬ 'ਚ ਜੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਰਕਾਰ ਬਣੀ ਸੀ, ਇਹਨਾਂ ਲੋਕਾਂ ਦੇ ਨਾਲ ਬਹੁਤ ਵੱਡੇ ਝੂਠ ਤੇ ਫਰੇਬ ਦੇ ਵਾਅਦੇ ਕੀਤੇ ਸੀ। ਲੇਕਿਨ ਜਦੋਂ ਇਹਨਾਂ ਦੇ ਵਾਅਦੇ ਨਾ ਪੂਰੇ ਹੋਏ ਤਾਂ ਉਹਨਾਂ ਨੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਬਣਾ ਲਿਆ ਔਰ ਪ੍ਰਧਾਨ ਬਣਾਤਾ ਸਰਦਾਰ ਨਵਜੋਤ ਸਿੰਘ ਸਿੱਧੂ। ਜਦੋਂ ਫਿਰ ਵੀ ਇਹ ਵਾਅਦੇ ਕੋਈ ਪੂਰੇ ਨਾ ਕਰ ਸਕੇ ਤਾਂ ਇਹਨਾਂ ਨੇ ਇੱਕੋ ਹੱਲ ਲੱਭਿਆ ਵੀ ਕਿਵੇਂ ਨਾ ਕਿਵੇਂ ਪੰਜਾਬ ਦੀ ਜਨਤਾ ਦਾ ਜਿਹੜਾ ਦਿਮਾਗ ਹੈ ਉਹਨੂੰ ਭੜਕਾ ਕੇ ਕਰਾਹੇ ਤੇ ਪਾਇਆ ਜਾਵੇ। ਸੋ ਉਹਨਾਂ ਨੇ ਸਭ ਤੋਂ ਵੱਡਾ ਤਰੀਕਾ ਇਹੀ ਸਮਝਿਆ ਵੀ ਇੱਕ ਤੀਰ ਨਾਲ ਅਸੀਂ ਦੋ ਨਿਸ਼ਾਨੇ ਲਾਵਾਂਗੇ, ਇੱਕ ਤਾਂ ਅਕਾਲੀ ਦਲ ਨੂੰ ਬਦਨਾਮ ਕਰਾਂਗੇ, ਦੂਜਾ ਅਸੀਂ ਲੋਕਾਂ ਦਾ ਜਿਹੜਾ ਧਿਆਨ ਹੈ ਭੜਕਾ ਕੇ ਕਾਂਗਰਸ ਦੀ ਦੁਬਾਰਾ ਸਰਕਾਰ ਬਣਾਵਾਂਗੇ। ਲੇਕਿਨ ਜੋ ਅੱਜ ਤਮਾਚਾ ਹਾਈ ਕੋਰਟ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਸਾਹਿਬ ਦੇ, ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਾਹਿਬ ਦੇ ਔਰ ਸੁਖਜਿੰਦਰ ਰੰਧਾਵਾ ਦੇ ਜੋ ਮਾਰਿਆ, ਮੇਰਾ ਖਿਆਲ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਨੂੰ ਯਾਦ ਰੱਖਣਗੀਆਂ। ਇਸ ਦੀ ਜਿਹੜੀ ਸਜ਼ਾ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਸਬਕ ਸਿੱਖਣ ਦੇ ਲਈ ਉਹ ਤਿਆਰ ਰਹਿਣ। ਪਿਛਲੇ 2-3 ਦਿਨਾਂ ਤੋਂ ਲਗਾਤਾਰ ਮੌਸਮ ਖਰਾਬ ਸੀ, ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਜਿਸ ਦੇ ਨਾਲ ਅਚਾਨਕ ਠੰਡ ਜ਼ਿਆਦਾ ਮਹਿਸੂਸ ਹੋਣ ਲੱਗੀ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦੇ ਇਸ ਮੀਂਹ ਤੋਂ ਬਾਅਦ ठंड जो ਪਿਆ है उसने कई सालों का रिकॉर्ड तोड़ दिता है। देखिए, अभी तक जो बारिश हो रही थी वो वेस्टर्न डिस्टर्बेंस का इफेक्ट था, वेस्टर्न डिस्टर्बेंस का इफेक्ट था। और जहाँ तक अब जो हमारा एनालिसिस कर रहा है, आज से पंजाब, हरियाणा और चंडीगढ़ तीनों में अगले 5 दिनों तक वेदर अब क्लियर रहने वाला है। मतलब कि बारिश की संभावना अभी नहीं है आज से लेकर अगले 5 दिनों तक। लेकिन जहाँ तक धुंध का बात है, तो जब भी आपको बारिश निकल गया, अब स्काई क्लियर हो चुका है, स्काई क्लियर हो चुका है, तो अब धुंध बढ़ने वाला है। जहाँ तक हमने संभावना व्यक्त की है कि पंजाब और जैसे कि पंजाब में आइसोलेटेड प्लेसेस पर आज जैसे डेंस फॉग या फिर वेरी डेंस फॉग रहेगा, कल भी डेंस फॉग या फिर वेरी डेंस फॉग रहेगा। इसी प्रकार से हरियाणा में भी आज और कल दोनों जगह कहीं कहीं डेंस या वेरी डेंस फॉग रहेगा, परसों भी डेंस या वेरी डेंस फॉग रहेगा हरियाणा में। और फिर पंजाब में परसों से कोल्ड वेव शुरू हो जाएगा, पंजाब और हरियाणा में दोनों जगह कोल्ड वेव शुरू हो जाएगा। एक्चुअली इसमें क्या है कि जब भी आपको बारिश हट जाती है, जब बारिश ये हो जाती है, तो मॉइस्चर जो होता है, टेम्परेचर धीरे धीरे घटना शुरू हो जाता है। जब टेम्परेचर धीरे धीरे घटना शुरू हो जाता है तो ये कंडेंसेशन लोअर पार्ट ऑफ एटमॉस्फेयर में शुरू हो जाता है, उसी के चलते ये आ जाता है, फॉग के रूप में आ जाता है। जैसे कि स्टेटिस्टिक्स हम ले लें तो आज के दिन में भी, जैसे कल भी कुछ जगहों पर वेरी डेंस फॉग ऑब्जर्व किए गए हैं। जैसे कि पंजाब में हलवारा में और बठिंडा में वेरी डेंस फॉग ऑब्जर्व किया गया है। इसी तरीक़ा से अमृतसर और लुधियाना में डेंस फॉग ऑब्जर्व किया गया है। हरियाणा की बात करें तो हरियाणा में आपको अम्बाला में वेरी डेंस फॉग ऑब्जर्व किया गया है। तो अब बारिश छूट चुकी है, तो अब डेंस फॉग की और वेरी डेंस फॉग की मतलब पूरे हरियाणा और पंजाब और चंडीगढ़ में संभावना बढ़ गई है। और एक्सपेक्टेड है कि आइसोलेटेड प्लेस में आपको डेंस और वेरी डेंस फॉग होने वाला है दोनों स्टेट में, चंडीगढ़ में भी, मतलब पंजाब, हरियाणा और चंडीगढ़ तीनों जगह। देखिए, जहाँ टेम्परेचर तो डाउन अब होगा ही, क्योंकि जब भी आपको एटमॉस्फेयर में होता है, एटमॉस्फेयर में जब हीटिंग जो शुरू होती है नीचे से ऊपर की ओर होती है, ऊपर से नीचे नहीं, नीचे से ऊपर की ओर। और जब भी आपको बादल छाए रहते हैं तो बादल जो है रिफ्लेक्टर का काम कर देते हैं, जिसके चलते कि टेम्परेचर बढ़ने नहीं पाता है। तो अब जो है बादल छट चुके हैं, तो इसके चलते अब ये टेम्परेचर अब घटना शुरू होने वाला है।
ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਅੱਜ ਦਾ ਤਾਪਮਾਨ ਕਿਸ ਤਰ੍ਹਾਂ ਦਾ ਰਿਹਾ। ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 13.2 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।